ये भाई हर तरह का नशा करते थे और साथ में नशों का व्यापार भी करते थे और यहाँ तक इन्होंने चोरी करनी भी शुरू कर दी थी। पर जब इन्होंने परमेश्वर के अभिषिक्त दास के द्वारा की गई प्रार्थना को ग्रहण किया तो इनकी जिंदगी नशे के दलदल से बाहर आ गई। आइए इनकी जुबानी ही सुनते हैं नशे के बंधनों से छुटकारे की गवाही को। ਹੁਣ मेरी एज 24 साल है तो मैं छोटी उम्र यानी कि 16 साल की एज 'ਚ नशे करने शुरू कर दिते सी। मैं ऐसी संगति 'ਚ बहन लग गया ਜਿਹੜੇ ਮੁੰਡੇ मतलब ਗੈਂਗਸਟਰਾਂ ਨਾਲ ਰਹਿੰਦੇ ਆ। मैं ਭੁੱਕੀ ਖਾਂਦਾ ਸੀ, ਅਫੀਮ ਖਾਂਦਾ ਸੀ। ਫਿਰ ਜਦੋਂ ਮੈਂ ਚਿੱਟੇ ਦਾ ਨਸ਼ਾ ਫਸਟ ਟਾਈਮ ਕੀਤਾ ਤੇ ਉਹਨਾਂ ਨੇ ਮੈਨੂੰ ਪੇਪਰ ਤੇ ਉਹ ਨਸ਼ਾ ਕਰਾਇਆ। ਇੱਕ ਦਿਨ 'ਚ ਮੈਕਸਿਮਮ ਮੈਂ 1 ਗ੍ਰਾਮ ਤੋਂ 1.5 ਗ੍ਰਾਮ ਚਿੱਟਾ ਪੀਣ ਲੱਗ ਗਿਆ ਸੀ। ਫਿਰ ਮੈਂ ਮੈਡੀਕਲ ਨਸ਼ੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਤੇ ਮੈਂ ਫਿਰ ਘਰੋਂ ਚੋਰੀਆਂ ਕਰਨੀਆਂ ਜਾਂ ਕਿਸੇ ਕੋਲ ਉਧਾਰ ਮੰਗ ਲੈਣੇ ਤੇ ਨਸ਼ੇ ਮੇਰੇ ਇੰਨੇ ਕੁ ਵੱਧ ਗਏ ਸੀ। ਮੈਂ ਨਸ਼ੇ ਵੇਚਣੇ ਸ਼ੁਰੂ ਕਰਤੇ। ਜਦੋਂ ਨਸ਼ਾ ਮੈਂ ਆਪ ਵੇਚਣਾ ਸ਼ੁਰੂ ਕਰਤਾ ਤੇ ਮੈਂ ਦਿਨ ਦਾ 2-2 3-3 ਗ੍ਰਾਮ ਚਿੱਟਾ ਲਾ ਜਾਂਦਾ ਸੀ। ਫਿਰ ਮੈਂ ਡਾਇਰੈਕਟ ਇੰਜੈਕਸ਼ਨ ਤੇ ਆ ਗਿਆ। ਮੈਂ ਸਵੇਰੇ ਉੱਠਦੇ ਹੀ ਇੰਜੈਕਸ਼ਨ ਲਾਉਣੇ। ਜਦੋਂ ਇਹ ਨਸ਼ੇ ਮੈਨੂੰ ਨਹੀਂ ਮਿਲਦੇ ਸੀ ਮੈਨੂੰ ਪਾਗਲਪਨ ਦੇ ਦੌਰੇ ਪੈਂਦੇ ਸੀ। ਸਾਰਿਆਂ ਨੂੰ ਜੈਮਸੀ, ਮੇਰਾ ਨਾਮ ਪੰਕਜ ਹੈ ਜੀ। ਆ ਮੇਰੇ ਦੀਦੀ ਰਜਨੀ। ਅਸੀਂ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਦੇ ਰਹਿਣ ਵਾਲੇ ਹਾਂ ਤੇ ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਨੂੰ ਜਾ ਰਿਹਾ ਜੀ। ਹੁਣ ਮੇਰੀ ਏਜ 24 ਸਾਲ ਹੈ ਤੇ ਮੈਂ ਛੋਟੀ ਉਮਰ ਯਾਨੀ ਕਿ 16 ਸਾਲ ਦੀ ਏਜ 'ਚ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਸੀ। ਮੈਂ ਸ਼ੌਪ ਤੇ ਮਤਲਬ ਵਰਕ ਕਰਦਾ ਸੀ ਐਜ਼ ਅ ਸੇਲਸਮੈਨ ਤੇ ਉੱਥੇ ਦੇ ਜਿਹੜੇ ਮੁੰਡੇ ਸੀ ਉਹਨਾਂ ਨਾਲ ਮੇਰੀ ਬਹਿਣੀ ਉੱਠਣੀ ਸੀ। ਉਸ ਟਾਈਮ ਮੈਂ ਚਿੰਤਾ 'ਚ ਰਹਿੰਦਾ ਸੀ। ਛੋਟੀ ਉਮਰ 'ਚ ਮਤਲਬ ਮੇਰੇ ਤੇ ਜ਼ਿੰਮੇਵਾਰੀਆਂ ਪੈ ਗਈਆਂ ਸੀ। ਪਾਪਾ ਦੇ ਨਾ ਹੋਣ ਦੀ ਵਜ੍ਹਾ ਨਾਲ ਮੈਨੂੰ ਛੋਟੀ ਉਮਰ 'ਚ ਕੰਮ ਕਰਨਾ ਪੈਂਦਾ ਸੀ। ਐਦਾਂ ਹੀ ਮੈਂ ਇੱਕ ਦਿਨ ਮਾਰਕੀਟ 'ਚ ਘੁੰਮ ਰਿਹਾ ਸੀ ਤੇ ਦੋਸਤਾਂ ਨੇ ਮੈਨੂੰ ਆਵਾਜ਼ ਮਾਰ ਲਈ। ਜਿਹੜਾ ਨਸ਼ੇ ਕਰਦੇ ਹੁੰਦੇ ਸੀ ਉਹਨੇ ਮੈਨੂੰ ਬੁਲਾ ਲਿਆ ਕਿ ਤੂੰ ਕਿਉਂ ਚਿੰਤਾ 'ਚ ਰਹਿਣਾ, ਆ ਨਸ਼ਾ ਕਰ, ਇਹਦੇ ਨਾਲ ਤੇਰੀ ਸਾਰੀ ਚਿੰਤਾ ਦੂਰ ਹੋ ਜੂਗੀ। ਤੇ ਉਹਨਾਂ ਦੇ ਕਹਿਣ ਤੇ ਮੈਂ ਫਸਟ ਟਾਈਮ 2015 'ਚ ਮਤਲਬ ਨਸ਼ੇ ਨੂੰ ਟੱਚ ਕੀਤਾ। ਪਹਿਲੀ ਵਾਰ ਮੈਂ ਸਿਗਰਟ ਦਾ ਨਸ਼ਾ ਕੀਤਾ। ਜਦੋਂ ਮੈਂ ਸਿਗਰਟ ਦਾ ਨਸ਼ਾ ਕੀਤਾ ਤੇ ਮਤਲਬ ਮੇਰੇ ਤੋਂ ਚੱਲਿਆ ਨਹੀਂ ਸੀ ਜਾ ਰਿਹਾ। ਫਸਟ ਟਾਈਮ ਇੱਦਾਂ ਦਾ ਮੈਨੂੰ ਮਹਿਸੂਸ ਹੋਇਆ ਕਿ ਮੈਂ ਹਵਾ 'ਚ ਉੱਡ ਰਿਹਾ ਤੇ ਮੇਰੇ ਆਸੇ-ਪਾਸੇ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਜੀ। ਮੈਂ ਦਿਨ 'ਚ 1 ਜਾਂ 2 ਡੱਬੀਆਂ ਸਿਗਰਟ ਦੀਆਂ ਪੀ ਜਾਂਦਾ ਸੀ। ਇਹਦੇ ਨਾਲ ਮੈਂ ਜਰਦਾ ਲਾਉਣਾ ਸ਼ੁਰੂ ਕਰਤਾ ਜੀ। ਜਦੋਂ ਪੈਸਿਆਂ ਦੀ ਮੈਨੂੰ ਕਮੀ ਮਹਿਸੂਸ ਹੋਣ ਲੱਗ ਗਈ ਫਿਰ ਮੈਂ ਬੀੜੀਆਂ ਪੀਂਦਾ ਸੀ। 2 ਬੰਡਲ ਰੋਜ਼ ਦੀ ਬੀੜੀਆਂ ਪੀ ਜਾਂਦਾ ਸੀ ਜੀ। ਮੈਂ ਨਸ਼ੇ ਜਿੱਦਾਂ ਮੇਰਾ ਫਰੈਂਡ ਸਰਕਲ ਅੱਗੇ ਹੋਰ ਵਿਗੜਦਾ ਗਿਆ। ਮੈਂ ਐਜੀ ਸੰਗਤੀ 'ਚ ਬਹਿਣ ਲੱਗ ਗਿਆ ਜਿਹੜੇ ਮੁੰਡੇ ਮਤਲਬ ਗੈਂਗਸਟਰਾਂ ਨਾਲ ਰਹਿੰਦੇ ਆ ਜਾਂ ਉਹਨਾਂ ਨੂੰ ਮਤਲਬ ਉਹਨਾਂ ਦੇ ਨਾਲ ਉੱਠਣੀ ਬਹਿਣੀ ਹੁੰਦੀ ਆ। ਉਹਨਾਂ ਨਾਲ ਮੇਰਾ ਰਹਿਣਾ ਸਹਿਣਾ ਹੋ ਗਿਆ। ਇੱਦਾਂ ਦੇ ਮੁੰਡਿਆਂ ਨਾਲ ਮੈਂ ਰਹਿੰਦਾ ਸੀ। ਉਹਨਾਂ ਨਾਲ ਰਹਿ ਕੇ ਮੈਂ ਗਾਂਜਾ ਪੀਣਾ ਸ਼ੁਰੂ ਕੀਤਾ। ਫਿਰ ਦਿਨੋਂ ਦਿਨ ਮੇਰੇ ਨਸ਼ੇ ਵੱਧਦੇ ਗਏ। ਮੈਂ ਸ਼ਰਾਬ ਪੀਣੀ ਸ਼ੁਰੂ ਕਰਤੀ। ਮੈਂ ਵਿਆਹ ਸ਼ਾਦੀਆਂ 'ਚ ਜਾਣਾ, ਉੱਥੇ ਮਤਲਬ ਨਸ਼ੇ 'ਚ ਪੂਰਾ ਧੁੱਤ ਰਹਿਣਾ। ਮੈਨੂੰ ਕੋਈ ਸੁੱਧ ਬੁੱਧ ਨਹੀਂ ਹੁੰਦੀ ਸੀ। ਪਹਿਲਾਂ ਮੈਂ ਚੋਰੀ ਨਸ਼ੇ ਕਰਦਾ ਸੀ। ਫਿਰ ਹੌਲੀ ਹੌਲੀ ਮੇਰੇ ਘਰੇ ਪਤਾ ਲੱਗ ਗਿਆ ਕਿ ਇਹ ਨਸ਼ੇ ਕਰਦਾ। ਜਦੋਂ ਸਾਨੂੰ ਇਹਦੇ ਨਸ਼ਿਆਂ ਦਾ ਪਤਾ ਲੱਗਾ ਤੇ ਮੰਮੀ ਨੇ ਇਹਨੂੰ ਸਮਝਾਉਣਾ ਕਿ ਤੂੰ ਇੱਦਾਂ ਨਾ ਕਰ, ਕਿਉਂਕਿ ਮੇਰੇ ਪਾਪਾ ਵੀ ਨਸ਼ਾ ਬਹੁਤ ਜ਼ਿਆਦਾ ਕਰਦੇ ਸੀਗੇ। ਨਸ਼ਿਆਂ ਕਾਰਨ ਉਹਨਾਂ ਦੀ ਡੈਥ ਹੋਈ ਸੀਗੀ। ਤੇ ਜਦੋਂ ਇਹਨੂੰ ਸਮਝਾਉਣਾ ਵਾਰੀ ਤੂੰ ਇੱਦਾਂ ਨਾ ਕਰ, ਪਰ ਇਹ ਸਾਡੀ ਕਿਸੇ ਵੀ ਗੱਲ ਨੂੰ ਨਹੀਂ ਮੰਨਦਾ ਸੀਗਾ। ਇਹਦੀ ਸੰਗਤੀ ਵਿਗੜਦੀ ਗਈ। ਇਹਨੇ ਮੰਮੀ ਦੀ ਗੱਲ ਨੂੰ ਇਗਨੋਰ ਕੀਤਾ ਅਤੇ ਹਰ ਦਿਨ ਇਹਦੇ ਲਾਂਭੇ ਆਉਣੇ ਸ਼ੁਰੂ ਹੋ ਗਏ ਘਰ ਦੇ ਵਿੱਚ। ਕਿ ਇਹਨਾਂ ਨੇ ਕੁੱਟਮਾਰ ਕਰਨੀ, ਕਦੇ ਕੋਈ ਤੇ ਕਦੇ ਕੋਈ ਸਾਡੇ ਘਰ ਵਿੱਚ ਲਾਂਭੇ ਲੈ ਕੇ ਆਉਣ ਲੱਗਿਆ। ਕਿਉਂਕਿ ਪਾਪਾ ਤੋਂ ਬਾਅਦ ਬ੍ਰਦਰ ਹੀ ਸੀ ਜਿਹੜੇ ਸਾਡੀ ਘਰ ਦੀ ਜ਼ਿੰਮੇਵਾਰੀਆਂ ਨੂੰ ਲੈਣਗੇ ਤੇ ਇਹ ਦਿਨ ਪ੍ਰਤੀ ਦਿਨ ਨਸ਼ਿਆਂ ਦੇ ਵਿੱਚ ਜਾ ਰਹੇ ਸੀਗੇ। ਇਹ ਕਿਸੇ ਦੀ ਵੀ ਗੱਲ ਨੂੰ ਨਹੀਂ ਸੁਣ ਰਹੇ ਸੀ ਤੇ ਘਰ ਦਾ ਖਰਚਾ ਮੈਨੇਜ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਸੀਗਾ। ਜਦੋਂ ਮੈਂ ਸਿਗਰਟ ਪੀਂਦਾ ਸੀ ਜਾਂ ਬੀੜੀ ਸਿਗਰਟ ਪੀਣਾ ਮੈਨੂੰ ਇੱਦਾਂ ਦਾ ਮਹਿਸੂਸ ਹੁੰਦਾ ਕਿ ਇਸ ਚੀਜ਼ ਨਾਲ ਹੁਣ ਮੇਰੀ ਤੋੜ ਖਤਮ ਨਹੀਂ ਹੋ ਰਹੀ। ਮੈਂ ਭੁੱਕੀ ਖਾਂਦਾ ਸੀ, ਅਫੀਮ ਖਾਂਦਾ ਸੀ ਤੇ ਇੱਕ ਦਿਨ ਅਚਾਨਕ ਮੇਰੇ ਦੋਸਤਾਂ ਨੇ ਮੈਨੂੰ ਕਿਹਾ ਕਿ ਹੁਣ ਮਤਲਬ ਜੇ ਇਹਨਾਂ ਚੀਜ਼ਾਂ ਨਾਲ ਤੇਰੀ ਤੋੜ ਖਤਮ ਨਹੀਂ ਹੋ ਰਹੀ ਤੇ ਤੂੰ ਚਿੱਟੇ ਦਾ ਨਸ਼ਾ ਯੂਜ਼ ਕਰ। ਇਹ ਨਸ਼ੇ ਨਾਲ ਤੈਨੂੰ ਹੋਰ ਕੋਈ ਨਸ਼ਾ ਕਰਨ ਦੀ ਲੋੜ ਨਹੀਂ ਪੈਣੀ। ਫਿਰ ਜਦੋਂ ਮੈਂ ਚਿੱਟੇ ਦਾ ਨਸ਼ਾ ਫਸਟ ਟਾਈਮ ਕੀਤਾ ਤੇ ਉਹਨਾਂ ਨੇ ਮੈਨੂੰ ਪੇਪਰ ਤੇ ਉਹ ਨਸ਼ਾ ਕਰਾਇਆ ਤੇ ਉਸ ਤੋਂ ਬਾਅਦ ਮੈਨੂੰ ਇੰਨਾ ਰਿਲੈਕਸ ਮਹਿਸੂਸ ਹੋਇਆ ਤੇ ਮੈਨੂੰ ਉਹਦੀ ਇਹੋ ਜਿਹੀ ਗੰਦੀ ਲੱਤ ਪਈ ਕਿ ਮੈਂ ਹਰ ਵੇਲੇ ਬਸ ਉਸੇ ਬਾਰੇ ਸੋਚਦਾ ਰਹਿੰਦਾ ਸੀ। ਮੇਰੀ ਥਿੰਕ ਇੱਕੋ ਹੀ ਹੁੰਦੀ ਸੀ ਕਿ ਬਸ ਮੈਂ ਉਹ ਚਿੱਟੇ ਦਾ ਨਸ਼ਾ ਕਰਨਾ। ਇੱਕ ਦਿਨ 'ਚ ਮੈਕਸਿਮਮ ਮੈਂ
1 ਗ੍ਰਾਮ ਤੋਂ 1.5 ਗ੍ਰਾਮ ਚਿੱਟਾ ਪੀਣ ਲੱਗ ਗਿਆ ਸੀ। ਜਦੋਂ ਮੈਨੂੰ ਲੱਗਦਾ ਸੀ ਕਿ ਹੁਣ ਚਿੱਟੇ ਨੇ ਵੀ ਅਸਰ ਕਰਨਾ ਬੰਦ ਕਰਤਾ, ਫਿਰ ਮੈਂ ਮੈਡੀਕਲ ਨਸ਼ੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ। ਮੈਂ ਇੱਕ ਦਿਨ 'ਚ ਮਤਲਬ ਜਿਵੇਂ ਦਿਨ ਦੀ ਸਟਾਰਟਿੰਗ ਮੇਰੀ ਉਹਨਾਂ ਪੱਤਿਆਂ ਨਾਲ ਹੁੰਦੀ ਸੀ, ਜਿੱਦਾਂ ਦਿਨ 'ਚ ਸਟਾਰਟਿੰਗ ਮੈਂ 4 ਗੋਲੀਆਂ ਖਾ ਲੈਣੀਆਂ, ਫਿਰ ਨਾਸ਼ਤੇ ਤੋਂ ਬਾਅਦ 2 ਫਿਰ ਖਾ ਲੈਣੀਆਂ, ਫਿਰ ਦੁਪਹਿਰ ਦੇ ਲੰਚ ਤੋਂ ਬਾਅਦ ਫਿਰ ਖਾ ਲੈਣੀਆਂ। ਐਦਾਂ ਮਤਲਬ ਮੇਰੀ ਦਿਨ ਦੀ ਸਟਾਰਟਿੰਗ ਨਸ਼ਿਆਂ ਤੋਂ ਹੀ ਹੁੰਦੀ ਸੀ। ਉਸ ਤੋਂ ਬਾਅਦ ਮੈਂ ਚਿੱਟਾ ਲਾਉਣਾ। ਇਹ ਨਸ਼ੇ ਦੀ ਵਜ੍ਹਾ ਨਾਲ ਮੇਰੀ ਜੌਬ ਤੇ ਬਹੁਤ ਵੱਡਾ ਅਸਰ ਪਿਆ। ਪਹਿਲਾਂ ਮੇਰੇ ਬੌਸ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਸੀ, ਪਰ ਜਦੋਂ ਮਤਲਬ ਮੇਰੇ ਨਸ਼ੇ ਵੱਧਦੇ ਗਏ, ਮੈਂ ਆਪਦਾ ਬਾਈਕ ਸੇਲ ਕਰਤਾ, ਮੈਂ ਜਿਹੜੇ ਆਪਦੇ ਮਤਲਬ ਕਿ ਜਵੈਲਰੀ ਪਾਈ ਹੋਈ ਸੀ ਉਹ ਸੇਲ ਕਰਤੀ, ਫੋਨ ਸੇਲ ਕਰਤਾ, ਤੇ ਮੇਰੇ ਬਾਊ ਨੂੰ ਸ਼ੱਕ ਹੋਣ ਲੱਗ ਗਿਆ ਕਿ ਹੁਣ ਇਹ ਮਤਲਬ ਕਿ ਗਲਤ ਸੰਗਤੀ 'ਚ ਹੈ। ਜਿੱਦਾਂ ਨਸ਼ੇ ਮੇਰੇ ਵੱਧਦੇ ਗਏ ਦਿਨੋਂ ਦਿਨ, ਤੇ ਮੇਰੇ ਬੌਸ ਨੂੰ ਪਤਾ ਲੱਗ ਗਿਆ ਕਿ ਇਹ ਹੁਣ 24 ਘੰਟੇ ਨਸ਼ਿਆਂ 'ਚ ਹੀ ਰਹਿੰਦਾ। ਇਸ ਵਜ੍ਹਾ ਨਾਲ ਉਹਨਾਂ ਨੇ ਮੈਨੂੰ ਸ਼ੌਪ ਤੋਂ ਹਟਾਤਾ। ਮੇਰੀ ਹਰਕਤਾਂ ਨੂੰ ਦੇਖ ਕੇ ਉਹਨਾਂ ਨੇ ਮੈਨੂੰ ਸ਼ੌਪ ਤੋਂ ਕੱਢਤਾ, ਤੇ ਮੈਂ ਫਿਰ ਘਰੋਂ ਚੋਰੀਆਂ ਕਰਨੀਆਂ ਜਾਂ ਕਿਸੇ ਕੋਲ ਉਧਾਰ ਮੰਗ ਲੈਣੇ। ਤੇ ਨਸ਼ੇ ਮੇਰੇ ਇੰਨੇ ਕੁ ਵੱਧ ਗਏ ਸੀ, ਮੈਂ ਨਸ਼ੇ ਵੇਚਣੇ ਸ਼ੁਰੂ ਕਰਤੇ। ਜਦੋਂ ਨਸ਼ਾ ਮੈਂ ਆਪ ਵੇਚਣਾ ਸ਼ੁਰੂ ਕਰਤਾ, ਤੇ ਮੈਂ ਦਿਨ ਦਾ 2-2 3-3 ਗ੍ਰਾਮ ਚਿੱਟਾ ਲਾ ਜਾਂਦਾ ਸੀ। ਤੇ ਜਦੋਂ ਮੇਰੀ ਡੋਜ਼ ਬਹੁਤ ਜ਼ਿਆਦਾ ਓਵਰ ਹੋ ਗਈ, ਫਿਰ ਮੈਨੂੰ ਉਹ 2-3 ਗ੍ਰਾਮ ਦਾ ਨਸ਼ਾ ਹੋਣਾ ਵੀ ਬੰਦ ਹੋ ਗਿਆ। ਫਿਰ ਮੈਂ ਡਾਇਰੈਕਟ ਇੰਜੈਕਸ਼ਨ ਤੇ ਆ ਗਿਆ। ਮੈਂ ਸਵੇਰੇ ਉੱਠਦੇ ਹੀ ਇੰਜੈਕਸ਼ਨ ਲਾਉਣੇ। ਇੱਕ ਦਿਨ ਦੇ ਵਿੱਚ ਮੈਂ 1 ਡੱਬੀ ਸਿਗਰਟ ਦੀ, 2 ਪੈਕਟ ਬੰਡਲ, ਤੇ 1 ਪੈਕਟ ਤੰਬਾਕੂ, ਤੇ ਪੌਣੀ ਬੋਤਲ ਜਾਂ ਅੱਧੀ ਸ਼ਰਾਬ ਦਾ, ਅਫੀਮ, ਪੋਸਟ, ਮਤਲਬ ਡੇਲੀ ਕੁਆਂਟੀਟੀ ਦੇ ਹਿਸਾਬ ਨਾਲ ਲੈਂਦਾ ਸੀ। ਜਦੋਂ ਇਹ ਨਸ਼ੇ ਮੈਨੂੰ ਨਹੀਂ ਮਿਲਦੇ ਸੀ, ਮੈਨੂੰ ਪਾਗਲਪਨ ਦੇ ਦੌਰੇ ਪੈਂਦੇ ਸੀ। ਮੈਂ ਆਪਦੇ ਆਪ ਨੂੰ ਬਿਲਕੁਲ ਇੱਕਦਮ ਪਾਗਲ ਮਹਿਸੂਸ ਕਰਦਾ ਸੀ। ਮੈਨੂੰ ਕੋਈ ਬੋਲਦਾ ਸੀ ਤਾਂ ਮੈਨੂੰ ਇੱਦਾਂ ਲੱਗਦਾ ਸੀ ਕਿ ਇਹਨੂੰ ਮੈਂ ਮਾਰ ਦੇਵਾਂ। ਮੇਰੇ ਰਿਸ਼ਤੇਦਾਰ ਮੇਰੀ ਕੰਡੀਸ਼ਨਸ ਨੂੰ ਦੇਖ ਕੇ ਸਾਡੇ ਘਰ ਆਉਣਾ ਪਸੰਦ ਨਹੀਂ ਕਰਦੇ ਸੀ। ਮੇਰੇ ਗਲੀ ਮੱਲੇ ਵਾਲੇ ਸੀ, ਉਹ ਕਹਿੰਦੇ ਸੀ ਕਿ ਇਹ ਪਾਗਲ ਹੈ, ਨਸ਼ੇੜੀ ਹੈ। ਮੇਰੀ ਹਰਕਤਾਂ ਤੋਂ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਬਸ ਇਹਦੀ ਲਾਈਫ ਖਤਮ ਹੈ। ਉਹ ਮੈਨੂੰ ਆਪਦੇ ਘਰੇ ਬੁਲਾਉਣਾ ਪਸੰਦ ਨਹੀਂ ਕਰਦੇ ਸੀ, ਤੇ ਜਿਹੜੇ ਮੇਰੇ ਫਰੈਂਡ ਸੀ ਉਹ ਮੈਨੂੰ ਛੱਡ ਚੁੱਕੇ ਸੀ। ਅਸੀਂ ਇਹਨੂੰ ਬੜਾ ਸਮਝਾਇਆ ਕਿ ਤੂੰ ਇਹਨਾਂ ਨਸ਼ਿਆਂ ਨੂੰ ਛੱਡ ਦੇ, ਤੇ ਤੇਰੇ ਬਿਨਾ ਸਾਡਾ ਕੌਣ ਸਹਾਰਾ ਹੈਗਾ। ਅਸੀਂ ਇਹਨੂੰ ਬਹੁਤ ਸਮਝਾਇਆ, ਪਰ ਇਹਨੂੰ ਆਪਣੇ ਨਸ਼ੇ ਤੋਂ ਇਲਾਵਾ ਕਿਸੇ ਚੀਜ਼ ਦੀ ਹੋਸ਼ ਨਹੀਂ ਰਹਿੰਦੀ ਸੀ। ਅਸੀਂ ਇਹਨੂੰ ਨਸ਼ਾ ਛੱਡਣ ਲਈ ਦਵਾਈਆਂ ਲਿਆ ਕੇ ਦਿੱਤੀਆਂ ਘਰੇ, ਪਰ ਇਹਨੂੰ ਕੋਈ ਵੀ ਉਹਦੇ ਨਾਲ ਫਰਕ ਨਹੀਂ ਪਿਆ। ਇਹ ਕਹਿੰਦੇ ਮੰਮੀ ਤੁਸੀਂ ਸਮਝ ਕਿਉਂ ਨਹੀਂ ਰਹੇ, ਮੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ ਮੈਨੂੰ ਵਾਰ-ਵਾਰ ਉੱਥੇ ਕਿਉਂ ਪੈਸੇ ਵੇਸਟ ਕਰ ਰਹੇ ਹੋ, ਮੈਨੂੰ ਇਹਨਾਂ ਚੀਜ਼ਾਂ ਨਾਲ ਨਹੀਂ ਫਰਕ ਪੈਂਦਾ, ਮੈਨੂੰ ਨਸ਼ਾ ਚਾਹੀਦਾ, ਤੁਸੀਂ ਕਿਉਂ ਨਹੀਂ ਮੇਰੀ ਗੱਲ ਨੂੰ ਸਮਝਦੇ। ਬੜਾ ਮਨ ਨੂੰ ਮਹਿਸੂਸ ਹੁੰਦਾ ਸੀ ਕਿ ਮੇਰਾ ਬ੍ਰਦਰ ਬਚ ਵੀ ਪਾਏਗਾ ਕਿ ਨਹੀਂ ਬਚ ਪਾਏਗਾ। ਜਿਹੜੇ ਮੇਰੇ ਸਿਸਟਰ ਵਿਆਹੇ ਹੋਏ ਸੀ, ਮੈਰਿਡ ਸੀ, ਉਹਨਾਂ ਦੇ ਘਰਾਂ 'ਚ ਕਲੇਸ਼ ਰਹਿਣਾ ਸ਼ੁਰੂ ਹੋ ਗਿਆ। ਮਤਲਬ ਮੇਰੇ ਜੀਜੂ ਉਹਨਾਂ ਨੂੰ ਤਾਨੇ ਮਾਰਦੇ ਸੀ, ਮਿਹਣੇ ਮਾਰਦੇ ਸੀ ਕਿ ਤੇਰਾ ਭਰਾ ਨਸ਼ੇੜੀ ਹੈ, ਤੇਰਾ ਭਰਾ ਚੋਰ ਆ, ਇੱਦਾਂ ਦੀ ਗੱਲਾਂ ਕਰਦੇ ਹੁੰਦੇ ਸੀ। ਇਹਨਾਂ ਗੱਲਾਂ ਨੂੰ ਸੁਣ ਕੇ ਮੇਰਾ ਨਸ਼ਾ ਛੱਡਣ ਦਾ ਬਹੁਤ ਦਿਲ ਕਰਦਾ ਸੀ। ਮੈਂ ਹਰ ਵੇਲੇ ਨਸ਼ਾ ਛੱਡਣਾ ਚਾਹੁੰਦਾ ਸੀ, ਪਰ ਮੇਰੇ ਤੋਂ ਛੜੀ ਨਹੀਂ ਹੁੰਦਾ ਸੀ। ਮੇਰੇ ਸਰੀਰ ਨੇ ਮੇਰਾ ਸਾਥ ਛੱਡਤਾ ਸੀ। ਮੈਂ ਆਪਦੀ ਫੈਮਿਲੀ ਨੂੰ ਇਹ ਵੀ ਕਿਹਾ ਕਿ ਤੁਸੀਂ ਮੈਨੂੰ ਘਰੇ ਬੰਨ੍ਹ ਦਿਓ, ਹਫ਼ਤੇ ਤੱਕ 10 ਦਿਨਾਂ ਤੱਕ ਮੈਂ ਅੰਦਰ ਹੀ ਰਹਿ ਲੂੰਗਾ, ਮੇਰੇ ਨਸ਼ੇ ਛਡਾ ਦਿਓ ਕਿੱਦਾਂ ਵੀ। ਮੈਂ ਬਹੁਤ ਜ਼ਿਆਦਾ ਇਸ ਚੀਜ਼ ਤੋਂ ਨਿਕਲਣਾ ਚਾਹਿਆ। ਮੈਂ 2 ਵਾਰੀ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਆ। ਮੈਂ 1 ਵਾਰ ਫਾਂਸੀ ਲਾਉਣ ਦੀ ਕੋਸ਼ਿਸ਼ ਕੀਤੀ ਆ, 1 ਵਾਰੀ ਨਹਿਰ 'ਚ ਜਾ ਕੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਆ। ਮੈਂ ਕਦੇ ਸੋਚਦਾ ਹੁੰਦਾ ਸੀ ਕਿ ਇਹ ਨਸ਼ੇ ਮਤਲਬ ਇੰਨੇ ਕੁ ਜ਼ਿਆਦਾ ਮੇਰੇ ਉੱਤੇ ਹੈਵੀ ਹੋ ਚੁੱਕੇ ਨੇ, ਮੇਰੇ ਹੱਡਾਂ 'ਚ ਰਚ ਚੁੱਕੇ ਨੇ ਕਿ ਮੈਂ ਕਦੇ ਛੱਡ ਪਾਊਂਗਾ ਜਾਂ ਵੀ ਨਹੀਂ, ਕਿ ਇੱਦਾਂ ਹੀ ਮਤਲਬ ਛੋਟੀ ਉਮਰ 'ਚ ਮੈਂ ਮਰ ਜਾਊਂਗਾ, ਕਿਉਂਕਿ ਮੇਰੇ ਨਸ਼ੇ ਇੰਨੇ ਹੈਵੀ ਹੋ ਗਏ ਸੀ। ਭਾਵੇਂ ਸਾਡੇ ਘਰ ਦੇ ਹਾਲਾਤ ਬਹੁਤ ਬੁਰੇ ਸੀ, ਪਰ ਸਾਡਾ ਭਰੋਸਾ ਪਰਮੇਸ਼ਰ ਦੇ ਉੱਤੇ ਸੀ। ਅਸੀਂ ਕਾਫੀ ਟਾਈਮ ਤੋਂ ਖਾਮਰਾ ਚਰਚ ਨਾਲ ਜੁੜੇ ਸੀ। ਮੈਂ ਤੇ ਮੇਰੀ ਮੰਮੀ ਲਗਾਤਾਰ ਇਹਨੂੰ ਸਮਝਾਉਂਦੇ ਸੀ ਕਿ ਵੀਰ ਤੂੰ ਸਾਡੇ ਨਾਲ ਚਰਚ ਚੱਲ, ਪਰਮੇਸ਼ਰ ਦੇ ਬਹੁਤ ਵੱਡੇ ਵੱਡੇ ਕੰਮ ਹੁੰਦੇ ਨੇ, ਲੋਕ ਉੱਥੇ ਡਿਲੀਵਰੈਂਸ ਪਾ ਰਹੇ ਨੇ, ਨਸ਼ਿਆਂ ਤੋਂ ਫ੍ਰੀ ਹੋ ਰਹੇ ਨੇ, ਤੂੰ ਉੱਥੇ ਸਾਡੇ ਨਾਲ ਚੱਲ। ਪਰ ਇਹ ਕਦੇ ਵੀ ਸਾਡੀ ਗੱਲ ਨੂੰ ਨਹੀਂ ਸੁਣਦਾ ਸੀ। ਪਰ ਇੱਕ ਦਿਨ ਜਦੋਂ ਇਹ ਬਿਲਕੁਲ ਹਤਾਸ਼ ਸੀ, ਬਿਲਕੁਲ ਟੁੱਟ ਚੁੱਕਿਆ ਸੀ, ਇਹ ਕਹਿੰਦਾ ਮੰਮੀ ਮੈਂ ਇਸ ਚੀਜ਼ ਤੋਂ ਬਾਹਰ ਨਿਕਲਣਾ ਚਾਹੁੰਦਾ, ਤੁਸੀਂ ਪਲੀਜ਼ ਮੈਨੂੰ ਬਚਾ ਲਓ, ਜਿੱਥੇ ਮਰਜ਼ੀ ਲੈ ਜਾਓ ਮੈਨੂੰ। ਫਿਰ ਅਸੀਂ ਇਹਨੂੰ ਪਹਿਲੀ ਵਾਰ ਪਰਮੇਸ਼ਰ ਦੇ ਘਰ ਵਿੱਚ ਲੈ ਕੇ ਆਏ। ਜਦੋਂ ਮੈਂ ਪਹਿਲੀ ਵਾਰ ਖਾਂਬਰਾ ਚਰਚ ਆਇਆ ਤੇ ਲੋਕਾਂ ਨੂੰ ਨੱਚਦੇ ਟੱਪਦੇ ਤੇ ਪ੍ਰਭੂ ਦੀ ਆਰਾਧਨਾ ਕਰਦੇ ਹੋਏ ਦੇਖਿਆ, ਅਤੇ ਮੈਂ ਦੇਖਦਾ ਸੀ ਵੀਡੀਓ ਟੈਸਟਮਨੀਜ਼ ਨੂੰ ਤੇ ਇੰਸਟੈਂਟ ਟੈਸਟਮਨੀਜ਼ ਨੂੰ, ਮਤਲਬ ਕਿ ਇੱਦਾਂ ਕਿੱਦਾਂ ਹੋ ਸਕਦਾ।
ਪਰ ਜਦੋਂ ਮੈਂ ਆਪਦੀ ਅੱਖਾਂ ਨਾਲ ਦੇਖਿਆ ਕਿ ਪ੍ਰਭੂ ਦੇ ਦਾਸ ਜਦੋਂ ਉਹਨਾਂ ਤੇ ਪ੍ਰੇਅਰ ਕਰਦੇ ਸੀ, ਲੰਗੜੇ ਚੱਲਦੇ ਸੀ, ਅੰਨੇ ਵੇਖਦੇ ਸੀ, ਨਸ਼ੇੜੀ ਆਪਦੇ ਮਤਲਬ ਨਸ਼ਿਆਂ ਤੋਂ ਆਜ਼ਾਦੀ ਪਾਉਂਦੇ ਸੀ, ਤੇ ਮੇਰਾ ਪ੍ਰਭੂ ਤੇ ਵਿਸ਼ਵਾਸ ਵੱਧ ਗਿਆ ਕਿ ਪ੍ਰਭੂ ਇਹਨਾਂ ਦੀ ਲਾਈਫ ਵਿੱਚ ਐਦਾਂ ਦੇ ਕੰਮ ਕਰ ਸਕਦਾ ਤੇ ਮੇਰੀ ਲਾਈਫ ਵਿੱਚ ਵੀ ਐਦਾਂ ਦੇ ਕੰਮ ਹੋ ਸਕਦੇ ਆ। ਤੇ ਫਿਰ ਮੈਂ ਲਗਾਤਾਰ ਖਾਂਬਰਾ ਚਰਚ ਨਾਲ ਜੁੜਿਆ ਰਿਹਾ ਅਤੇ ਮੀਟਿੰਗਾਂ ਨੂੰ ਅਟੈਂਡ ਕਰਦਾ ਰਿਹਾ। ਜਦੋਂ ਮੈਂ 8 ਜੂਨ 2023 ਨੂੰ ਬਿਗ ਡਿਲੀਵਰੈਂਸ ਮੀਟਿੰਗ ਖਾਂਬਰਾ ਚਰਚ 'ਚ ਆਇਆ, ਉਸ ਦਿਨ ਪ੍ਰਭੂ ਦੇ ਦਾਸ ਨੇ ਪ੍ਰਾਰਥਨਾ ਕੀਤੀ ਤੇ ਉਸ ਪ੍ਰਾਰਥਨਾ ਨੂੰ ਮੈਂ ਆਪਣੇ ਲਈ ਰਿਸੀਵ ਕੀਤਾ। एंजल्स तुम पे ड्रॉप कर रहे हैं मेंटल्स को, और तुम पे ड्रॉप कर रहे हैं ब्लेसिंग्स को, वो मसे को, वाइट कपड़ों को, पवित्रताई की लाइफ को, पाप की ताकत वो टूट रही है। ब्रेक हो रही तुम्हारी लाइफ से, तुम्हारे बच्चों से, तुम्हारी फैमिली से, तुम्हारी बॉडी से, तुम्हारे सिस्टम से। ਜਿੱਦਾਂ ਹੀ ਮੈਂ ਉਸ ਪ੍ਰੇਅਰ ਨੂੰ ਰਿਸੀਵ ਕੀਤਾ, ਪਰਮੇਸ਼ਰ ਦੇ ਆਤਮਾ ਨੇ ਮੈਨੂੰ ਛੂਇਆ ਅਤੇ ਮੈਨੂੰ ਪੂਰੀ ਬੋਡੀ 'ਚ ਗਰਮਾਹਟ ਮਹਿਸੂਸ ਹੋਈ। ਐਦਾਂ ਲੱਗ ਰਿਹਾ ਸੀ ਕਿ ਜਿੱਦਾਂ ਮੇਰੇ 'ਚੋਂ ਕੁਝ ਨਿਕਲ ਰਿਹਾ ਹੈ। ਤੇ ਜਦੋਂ ਮੈਂ ਆਪਣੇ ਆਪ ਨੂੰ ਚੈੱਕ ਕੀਤਾ ਤੇ ਮੈਨੂੰ ਐਦਾਂ ਦਾ ਮਹਿਸੂਸ ਹੋਇਆ ਕਿ ਬਿਲਕੁਲ ਮੈਂ ਡਿਲੀਵਰ ਹਾਂ, ਬਿਲਕੁਲ ਆਜ਼ਾਦ ਹਾਂ ਨਸ਼ਿਆਂ ਤੋਂ। ਮੇਰਾ ਨਸ਼ੇ ਕਰਨ ਦਾ ਬਿਲਕੁਲ ਦਿਲ ਨਹੀਂ ਸੀ ਕੀਤਾ ਜੀ। ਹੁਣ ਮੈਂ ਬੀੜੀ, ਸਿਗਰਟ, ਚਿੱਟਾ, ਤੰਬਾਕੂ, ਸ਼ਰਾਬ, ਅਫੀਮ, ਡੋਡੇ, ਚਿੱਟੇ ਦੇ ਇੰਜੈਕਸ਼ਨ ਜਾਂ ਮੈਡੀਕਲ ਨਸ਼ਾ, ਇਹਨਾਂ 'ਚੋਂ ਕੋਈ ਨਸ਼ਾ ਨਹੀਂ ਕਰਦਾ। ਹੁਣ ਮੇਰੇ ਘਰ ਦੇ ਹਾਲਾਤ ਫੁੱਲ ਬਲੈਸ ਨੇ ਤੇ ਮੇਰੀ ਫੈਮਿਲੀ ਹੁਣ ਖੁਸ਼ ਰਹਿੰਦੀ ਹੈ। ਮੇਰੇ ਜਿਹੜੇ ਦੀਦੀ ਨੇ ਮੈਰਿਡ ਵਿਆਹੇ ਹੋਏ ਨੇ, ਉਹਨਾਂ ਦੇ ਘਰ ਵਿੱਚ ਹੁਣ ਸ਼ਾਂਤੀ ਹੈ। ਉਹਨਾਂ ਨੂੰ ਕੋਈ ਤਾਨੇ ਮਿਹਣੇ ਨਹੀਂ ਮਾਰਦਾ, ਉਹਨਾਂ ਨੂੰ ਕੋਈ ਇਹ ਨਹੀਂ ਕਹਿੰਦਾ ਕਿ ਹੁਣ ਤੇਰਾ ਭਰਾ ਨਸ਼ੇੜੀ ਹੈ ਜਾਂ ਚੋਰੀ ਕਰਦਾ। ਹੁਣ ਜਿਹੜੇ ਮੈਂ ਮਾੜੀ ਸੰਗਤੀ ਵਿੱਚ ਰਹਿੰਦਾ ਹੁੰਦਾ ਸੀ, ਉਹ ਸੰਗਤੀ ਵਿੱਚ ਮੈਂ ਰਹਿਣਾ ਬੰਦ ਕਰਤਾ ਤੇ ਜਿਹੜੇ ਮੈਂ ਬੁਰੇ ਕਾਰੋਬਾਰ ਕਰਦਾ ਹੁੰਦਾ ਸੀ, ਨਸ਼ੇ ਵੇਚਣੇ, ਉਹ ਨਸ਼ੇ ਵੇਚਣੇ ਮੈਂ ਬੰਦ ਕਰਤੇ। ਮੈਂ ਹਰ ਇੱਕ ਭੈਣ ਭਰਾ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਜਿਹੜੇ ਲੋਕ ਨਸ਼ਿਆਂ 'ਚ ਫਸੇ ਨੇ, ਬੁਰੀ ਸੰਗਤੀ 'ਚ ਹੈ ਜਾਂ ਵਿਚਾਰ 'ਚ ਨੇ, ਬੁਰੀ ਆਦਤਾਂ 'ਚ ਨੇ, ਉਹ ਲੋਕ ਪਰਮੇਸ਼ਵਰ ਦੇ ਕੋਲ ਆਉਣ ਅਤੇ ਉਹਨਾਂ ਨੂੰ ਸ਼ਾਂਤੀ ਮਿਲੇਗੀ। ਜਿੱਦਾਂ ਪਰਮੇਸ਼ਵਰ ਨੇ ਮੇਰੀ ਲਾਈਫ 'ਚ ਕੰਮ ਕੀਤੇ, ਮੈਨੂੰ ਆਜ਼ਾਦ ਕੀਤਾ ਨਸ਼ਿਆਂ ਤੋਂ, ਹਰ ਇੱਕ ਬੁਰੀ ਸੰਗਤੀ ਤੋਂ, ਉੱਦਾਂ ਉਹ ਹਰ ਇੱਕ ਭੈਣ ਭਰਾ ਨੂੰ ਵੀ ਆਜ਼ਾਦ ਕਰੂਗਾ। ਇਸ ਵੱਡੀ ਆਜ਼ਾਦੀ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅਤੇ ਪ੍ਰਭੂ ਦੇ ਦਾਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। जैसे कि बाइबल में लिखा है, हे यहोवा मुझे चंगा कर तब मैं चंगा हो जाऊंगा, मुझे बचा तब मैं बच जाऊंगा, क्योंकि मैं तेरी ही स्तुति करता हूँ। इसी वचन के द्वारा इनको चंगाई मिली। सारे जय मसीह जी। मेरा नाम बलदीप सिंह, ये मेरी वाइफ, इन्होंने नाम गीता, ये शहर लुधियाना रहने वाले हैं। अज मैं तुहानूं अपने बेटे के जीवन की बहुत वड्डी गवाही दस्सण जा रहा कि किस तरह परमेश्वर ने मेरे बेटे को एक नवा जीवन दिता। 25 मई 2018 ਨੂੰ मेरी वाइफ ने एक बेटे ਨੂੰ जन्म ਦਿੱਤਾ, ਜਿਹਨੂੰ ਵੇਖ ਕੇ ਅਸੀਂ ਬਹੁਤ ਖੁਸ਼ ਸੀ। ਸਾਡਾ ਫੈਮਿਲੀ ਪੂਰੀ ਖੁਸ਼ ਸੀ। ਜਦੋਂ ਸਾਡਾ ਬੇਟਾ 1.5 ਸਾਲ ਦਾ ਹੋਇਆ ਤਾਂ ਅਸੀਂ ਇਹਦੇ ਨਾਲ ਗੌਰ ਕਰਨ ਲੱਗੇ ਵੀ ਇਹ ਬੋਲਦਾ ਕਿਉਂ ਨਹੀਂ ਆ। ਨੋਰਮਲ ਬੱਚੇ ਤਾਂ ਸਾਲ 1.5 ਸਾਲ ਦੇ ਹੰਗਾਰੇ ਭਰਨ ਦੇ ਪੈਂਦੇ, ਬਟ ਇਹ ਬੋਲਦਾ ਨਹੀਂ ਸੀ ਕੁਛ ਵੀ। ਨਾ ਇਹਨੇ ਕਦੀ ਮੰਮਾ ਨਾ ਕਦੀ ਪਾਪਾ ਕਿਹਾ, ਤਾਂ ਬਸ ਇਸ਼ਾਰਿਆਂ 'ਚ ਗੱਲਾਂ ਕਰ, ਜਾਂ ਟੋਇਲਟ ਵਗੈਰਾ ਜਾਂ ਬਾਥਰੂਮ ਜਾਣਾ ਤਾਂ ਇਹਨਾਂ ਇਸ਼ਾਰਿਆਂ 'ਚ ਸਮਝਾਉਣਾ। ਫਿਰ ਮੈਂ ਤਾਂ ਮੇਰੀ ਵਾਈਫ ਨੇ ਸੋਚਿਆ ਵੀ ਚਲੋ ਇਹਨੂੰ ਕੋਈ ਡਾਕਟਰ ਕੋਲ ਦਿਖਾਣਾ। ਫਿਰ ਜਿੱਥੇ ਦਾ ਜਨਮ ਹੋਇਆ ਸੀ ਉਸੇ ਡਾਕਟਰ ਕੋਲ ਇਹਨੂੰ ਲੈ ਕੇ ਗਏ। ਜਦੋਂ ਅਸੀਂ ਆਪਣੇ ਬੇਟੇ ਨੂੰ ਡਾਕਟਰ ਦੇ ਕੋਲ ਲੈ ਗਏ ਤਾਂ ਉਹਨਾਂ ਨੇ ਇਹਦੀ ਜੀਭ ਨੂੰ ਚੈੱਕ ਕੀਤਾ ਉੱਪਰ ਨੀਚੇ ਕਰਕੇ, ਤਾਂ ਇਹਦੀ ਜੀਭ ਮੂਵਮੈਂਟ ਨਹੀਂ ਸੀ ਕਰਦੀ। ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਹਨੂੰ ਟੰਗ ਟਾਈ ਨਾਮ ਦੀ ਪ੍ਰੋਬਲਮ ਆ, ਜਿਹਦੇ ਕਰਕੇ ਇਹ ਬੋਲ ਨਹੀਂ ਸਕਦਾ। ਤਾਂ ਫਿਰ ਉਹਨਾਂ ਨੇ ਕਿਹਾ ਵੀ ਇਹਦਾ ਇੱਕ ਆਪਰੇਸ਼ਨ ਹੋਏਗਾ। ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਕਰ ਦਿਓ। ਉਹਨਾਂ ਨੇ ਜਦੋਂ ਇਹਦਾ ਆਪਰੇਸ਼ਨ ਕਰਤਾ ਤਾਂ ਫਿਰ ਸਾਲ 1.5 ਸਾਲ ਫਿਰ ਨਿਕਲ ਗਏ, ਫਿਰ ਵੀ ਇਹਨੇ ਨਹੀਂ ਬੋਲਣਾ ਸਟਾਰਟ ਕੀਤਾ। ਤਾਂ ਅਸੀਂ ਦੁਬਾਰਾ ਫਿਰ ਉਸੇ ਡਾਕਟਰ ਕੋਲ ਲੈ ਕੇ ਗਏ, ਤਾਂ ਉਹਨਾਂ ਨੇ ਫਿਰ ਚੈੱਕ ਕੀਤਾ ਤੇ ਉਹਨਾਂ ਸਾਨੂੰ ਦੱਸਿਆ ਵੀ ਹਾਂ ਫਿਰ ਨੀਚੇ ਜੁੜ ਚੁੱਕੀ ਹੈ ਇਹਦੀ ਜ਼ੁਬਾਨ। ਤਾਂ ਉਹਨਾਂ ਕਿਹਾ ਫਿਰ ਇਹਦਾ ਆਪਰੇਸ਼ਨ ਕਰਾਂਗੇ। ਤਾਂ ਅਸੀਂ ਫਿਰ ਇਹਦਾ ਆਪਰੇਸ਼ਨ ਕਰਾਇਆ
ਤਾਂ ਫਿਰ ਸਾਲ ਡੇਢ ਸਾਲ ਲੰਘ ਗਿਆ, ਫਿਰ ਵੀ ਨਹੀਂ ਇਹਨੇ ਬੋਲਣਾ ਸਟਾਰਟ ਕੀਤਾ। ਇਹ ਆਪਣੀ ਜੀਭ ਨੂੰ ਬਿਲਕੁਲ ਵੀ ਹਿਲਾ ਨਹੀਂ ਪਾਉਂਦਾ, ਜਾਂ ਵੀ ਨਾ ਥੋੜੀ ਵੀ ਬਾਹਰ ਵੀ ਨਹੀਂ ਸੀ ਕੱਢ ਪਾਉਂਦਾ, ਬਿਲਕੁਲ ਨਹੀਂ ਸੀ ਚਿਪਕੀ ਹੋਈ ਸੀ। ਫਿਰ ਅਸੀਂ ਤੀਸਰੇ ਡਾਕਟਰ ਕੋਲ ਲੈ ਗਏ ਲੁਧਿਆਣੇ ਦੇ ਵਿੱਚ, ਸਪੈਸ਼ਲੀ ਡਾਕਟਰ ਬੱਚਿਆਂ ਦਾ, ਵੀ ਜਿਹੜੇ ਨਹੀਂ ਬੋਲਦੇ ਉਹਨਾਂ ਵਾਸਤੇ। ਤਾਂ ਜਦੋਂ ਅਸੀਂ ਉਹਨਾਂ ਦੇ ਕੋਲ ਲੈ ਗਏ ਤਾਂ ਉਹਨਾਂ ਨੇ ਦੱਸਿਆ ਵੀ ਇਹਦੀ ਇੱਕ ਪਲਾਸਟਿਕ ਸਰਜਰੀ ਹੋਊਗੀ, ਜਿਹਦੇ ਨਾਲ ਵੀ ਇਹਦੀ ਜੀਭ ਜਿਹੜੀ ਆ ਮੂਵਮੈਂਟ ਕਰੂਗੀ। ਬਾਕੀ ਫਿਰ ਵੀ ਉਹ ਕਹਿੰਦੇ ਸੀ ਵੀ ਕੋਈ ਗਰੰਟੀ ਸਾਡੀ ਕੋਈ ਵੀ ਨਹੀਂ ਆ ਵੀ ਫਿਰ ਵੀ ਬੋਲੇ ਜਾਂ ਨਾ ਬੋਲੇ। ਤਾਂ ਫਿਰ ਅਸੀਂ ਨਹੀਂ ਉਹਨਾਂ ਕੋਲ ਇਹਨਾਂ ਦਾ ਆਪਰੇਟ ਨਹੀਂ ਕਰਵਾਇਆ। ਅਸੀਂ ਆਪਣੇ ਬੱਚੇ ਨਾਲ ਬਹੁਤ ਪਿਆਰ ਕਰਦੇ ਸੀ, ਸਾਡੇ ਘਰ ਦੇ ਵੀ ਬਹੁਤ ਪਿਆਰ ਕਰਦੇ ਸੀ। ਤਾਂ ਫਿਰ ਜਦੋਂ ਇਹ ਬੋਲਦਾ ਨਹੀਂ, ਜਦੋਂ ਇਹਦੇ ਵੱਲ ਧਿਆਨ ਜਾਂਦਾ ਸੀ, ਫਿਰ ਅਸੀਂ ਸੋਚਦੇ ਵੀ ਹੁਣ ਇਹ ਵੱਡਾ ਵੀ ਹੋ ਰਿਹਾ, ਫਿਰ ਵੀ ਇਹ ਬੋਲ ਨਹੀਂ ਰਿਹਾ, ਤਾਂ ਅੱਗੇ ਪੜ੍ਹਾਈ ਕਿੱਦਾਂ ਕਰੂਗਾ ਜਾਂ ਕਿੱਦਾਂ ਇਹ ਬੋਲੂਗਾ। ਜਦੋਂ ਸਾਡਾ ਬੱਚਾ 3 ਸਾਲ ਦਾ ਹੋ ਗਿਆ ਤਾਂ ਅਸੀਂ ਇਹਨੂੰ ਸਕੂਲ ਲਾਤਾ। ਤਾਂ ਟੀਚਰ ਵੀ ਇਹਦੀ ਕੰਪਲੇਂਟ ਕਰਦੇ ਸੀਗੇ ਇਹਦਾ ਜਿਹੜਾ ਬਿਹੇਵ ਹੈ ਜੇ ਨਹੀਂ ਨੋਰਮਲ ਬੱਚਿਆਂ ਵਰਗਾ ਨਹੀਂ ਆ, ਤੁਸੀਂ ਇਹਨੂੰ ਕਿਸੇ ਡਾਕਟਰ ਨੂੰ ਦਿਖਾਓ। ਤਾਂ ਉਹਦੇ ਕਰਕੇ ਇਹਦੀ ਪੜ੍ਹਾਈ ਵੀ ਛੁੱਟ ਗਈ ਸੀ, ਇਹ ਬਿਲਕੁਲ ਵੀ ਨਹੀਂ ਸੀ ਬੋਲਦਾ। ਜਦੋਂ ਅਸੀਂ ਦੂਸਰੇ ਬੱਚਿਆਂ ਨੂੰ ਦੇਖਣਾ, ਗਲੀ 'ਚ ਜਾਂ ਲਾਗੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਦੇਖਣਾ, ਤਾਂ ਜਦੋਂ ਮੰਮੀ ਪਾਪਾ ਕਹਿੰਦੇ ਸਾਡੇ ਮਨ ਨੂੰ ਬਹੁਤ ਤਕਲੀਫ ਹੁੰਦੀ ਸੀ ਵੀ ਤਾਂ ਇਹ ਐਡਾ ਵੱਡਾ ਹੋ ਚੁੱਕਿਆ ਹੈ ਤਾਂ ਕਿ ਬੋਲਦਾ ਨਹੀਂ ਆ। ਜਦੋਂ ਅਸੀਂ ਰਿਸ਼ਤੇਦਾਰੀ 'ਚ ਆਉਣਾ ਤਾਂ ਉਹਨਾਂ ਨੇ ਕਹਿਣਾ ਵੀ ਇਹ ਗੂੰਗਾ ਆ, ਇਹ ਬੋਲਦਾ ਨਹੀਂ ਆ। ਤਾਂ ਸਾਡੇ ਮਨ ਨੂੰ ਉਦੋਂ ਬਹੁਤ ਤਕਲੀਫ ਹੁੰਦੀ ਸੀ ਵੀ ਇਹ ਕੀ ਬੋਲ ਰਿਹਾ ਸਾਡੇ ਬੇਟੇ ਨੂੰ। ਸਾਡਾ ਬੇਟਾ ਬਿਲਕੁਲ ਵੀ ਬੋਲਦਾ ਨਹੀਂ ਸੀ। ਜਦੋਂ ਇਹਨੇ ਰੋਟੀ ਮੰਗਣੀ ਤਾਂ ਇਹਨੇ ਬਸ ਇੱਕ ਇਸ਼ਾਰੇ ਹੀ ਕਰਨੇ, ਊਂ ਕਰਕੇ ਇਹਨੇ ਦੱਸਣਾ। ਜਾਂ ਟੋਇਲਟ ਵਗੈਰਾ ਜਾਣਾ ਤਾਂ ਇਹਨੇ ਆਪਣੀ ਬੈਗ 'ਤੇ ਹੱਥ ਲਾਉਣਾ, ਤਾਂ ਅਸੀਂ ਸਮਝ ਜਾਣਾ ਵੀ ਇਹਨੇ ਹੁਣ ਟੋਇਲਟ ਜਾਣਾ। ਇਹ ਬਿਲਕੁਲ ਵੀ ਨਹੀਂ ਸੀ ਬੋਲਦਾ। ਜਦੋਂ ਮੇਰਾ ਬੇਟਾ ਗੂੰਗਾ ਸੀ, ਬਿਲਕੁਲ ਹੀ ਬੋਲ ਨਹੀਂ ਪਾਉਂਦਾ ਸੀ, ਤਾਂ ਉਦੋਂ ਵੀ ਸਾਡਾ ਪਰਮੇਸ਼ਰ 'ਤੇ ਭਰੋਸਾ ਸੀ। ਤਾਂ ਅਸੀਂ ਸੋਚਿਆ ਵੀ ਕੋਈ ਨਹੀਂ, ਪਰਮੇਸ਼ਰ ਇਹਨੂੰ ਜ਼ਰੂਰ ਇੱਕ ਦਿਨ ਬੁਲਾਵੇਗਾ। ਕਿਉਂਕਿ ਅਸੀਂ 2017 ਤੋਂ ਖਾਂਬਰਾ ਚਰਚ ਨਾਲ ਜੁੜੇ ਸੀ, ਤਾਂ ਅਸੀਂ ਅਣਗਿਣਤ ਗਵਾਹੀਆਂ ਸੁਣਦੇ ਸੀ ਗੂੰਗਿਆਂ ਦੀਆਂ, ਹੋਰ ਵੀ ਕਾਫੀ ਗਵਾਹੀਆਂ ਸੁਣਦੇ ਸੀ। ਤਾਂ ਸਾਨੂੰ ਵੀ ਵਿਸ਼ਵਾਸ ਸੀ ਕਿ ਕੋਈ ਨਾ ਇੱਕ ਦਿਨ ਜ਼ਰੂਰ ਬੋਲੂਗਾ। ਫਿਰ ਅਸੀਂ ਲੇਹਣ ਵਾਸਤੇ ਆਪਣੇ ਬੇਟੇ ਦਾ ਔਨਲਾਈਨ ਫਾਰਮ ਫਿਲ ਕੀਤਾ। ਜਦੋਂ 14/10/2021 ਨੂੰ ਜਦੋਂ ਅਸੀਂ ਇਹਨੂੰ ਖਾਂਬਰਾ ਚਰਚ ਲੈ ਗਏ ਤਾਂ ਪਰਮੇਸ਼ਰ ਦੇ ਦਾਸ ਨੇ ਮੇਰੇ ਬੇਟੇ ਦੇ ਸਿਰ 'ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ। ਤਾਂ ਇਹਨੂੰ ਪਵਿੱਤਰ ਆਤਮਾ ਨੇ ਛੂਹਿਆ। ਤਾਂ ਇਹਨੇ ਅਸੀਂ ਫਿਰ ਹੌਲੀ ਹੌਲੀ ਇਹਨੂੰ ਚੈੱਕ ਕੀਤਾ, ਤਾਂ ਇਹਨੇ ਕੁਛ ਦਿਨਾਂ ਬਾਅਦ ਇਹਨੇ ਪਾਪਾ ਮੰਮਾ ਕਹਿਣਾ ਸਟਾਰਟ ਕੀਤਾ। ਤਾਂ ਫਿਰ ਇਹ ਧੀਰੇ ਧੀਰੇ ਸਾਰਾ ਕੁਛ ਇਹਨੇ ਬੋਲਣਾ ਸ਼ੁਰੂ ਕਰ ਦਿੱਤਾ। ਉਸ ਲੇਹਣ ਪ੍ਰੇਅਰ ਤੋਂ ਬਾਅਦ ਹੁਣ ਇਹ ਸਾਰਾ ਕੁਛ ਬੋਲਦਾ ਆ, ਸਾਰੀਆਂ ਗੱਲਾਂ ਕਰਦਾ ਆ, ਸਕੂਲ ਵੀ ਜਾਂਦਾ ਆ, ਹਰ ਇੱਕ ਚੀਜ਼ ਦਾ ਨਾਮ ਲੈ ਕੇ ਬੋਲਦਾ, ਪਾਪਾ ਮੰਮਾ। ਹੁਣ ਅਸੀਂ ਆਪਣੇ ਬੇਟਿਆਂ ਨੂੰ ਵੇਖ ਕੇ ਬਹੁਤ ਖੁਸ਼ ਨੇ ਕਿ ਪਰਮੇਸ਼ਰ ਨੇ ਇਹਨੂੰ ਗੂੰਗੇਪਨ ਦੀ ਆਤਮਾ ਤੋਂ ਆਜ਼ਾਦ ਕੀਤਾ। ਹੁਣ ਇਹਨੂੰ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਜਦੋਂ ਇਹ ਬੋਲਦਾ, ਜਦੋਂ ਇਹ ਗੱਲਾਂ ਕਰਦਾ ਆ। 2 ਆਪਰੇਸ਼ਨ ਅਸੀਂ ਇਹਦੇ ਕਰਵਾ ਚੁੱਕੇ, ਉਹ ਵੀ ਅਸਫਲ ਹੋਏ, ਪਰ ਪਰਮੇਸ਼ਰ ਦੇ ਅਨੁਗ੍ਰਹਿ ਨੇ ਸਾਡੇ ਬੇਟੇ ਦੀ ਬੰਦ ਜ਼ੁਬਾਨ ਨੂੰ ਖੋਲ੍ਹਿਆ, ਤਾਂ ਇਹਨੇ ਬੋਲਣਾ ਸਟਾਰਟ ਕਰਤਾ। ਤਾਂ ਜਿੱਦਾਂ ਇਹ ਪਹਿਲਾਂ ਹੰਗਾਰਿਆਂ ਨਾਲ ਸਾਰਾ ਕੁਝ ਮੰਗਦਾ, ਹੁਣ ਇਹ ਸਾਰਾ ਕੁਝ ਬੋਲ ਕੇ ਮੰਗਦਾ ਆ। ਰੋਟੀ ਪਾਣੀ ਜਾਂ ਟੋਇਲਟ ਵਗੈਰਾ ਜਾਣਾ, ਸਾਰਾ ਕੁਝ ਹੁਣ ਸਾਨੂੰ ਇਹ ਦੱਸਦਾ ਆ ਵੀ ਮੈਨੂੰ ਆਹ ਚੀਜ਼ ਚਾਹੀਦੀ ਆ, ਹਰ ਇੱਕ ਚੀਜ਼ ਦਾ ਨਾਮ ਲੈਂਦਾ। ਤਾਂ ਜਿਹੜੇ ਰਿਸ਼ਤੇਦਾਰ ਸਾਨੂੰ ਕਹਿੰਦੇ ਸੀ ਵੀ ਇਹ ਗੂੰਗਾ, ਇਹ ਬੋਲਦਾ, ਜਦੋਂ ਹੁਣ ਇਹਨੂੰ ਦੇਖਦੇ ਆ ਇਹ ਬੋਲਦਾ ਤਾਂ ਬਹੁਤ ਖੁਸ਼ ਹੁੰਦੇ ਆ। ਤਾਂ ਉਹ ਸਾਨੂੰ ਪੁੱਛਦੇ ਆ ਵੀ ਕਿੱਦਾਂ ਦੇ, ਕਹਿੰਦੇ ਆ ਪਰਮੇਸ਼ਰ ਨੇ ਇਹਨੂੰ ਚੰਗਾ ਕੀਤਾ, ਪਰਮੇਸ਼ਰ ਨੇ ਇਹਨੂੰ ਜ਼ੁਬਾਨ ਦਿੱਤੀ ਆ, ਤਾਂ ਇਹ ਬੋਲਦਾ। ਹੁਣ ਮੈਂ ਉਹਨਾਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਬੱਚੇ ਬੋਲਦੇ ਨਹੀਂ ਆ ਜਾਂ ਬਿਮਾਰੀਆਂ ਦੇ ਵਿੱਚ ਆ, ਤਾਂ ਤੁਸੀਂ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਕਰੋ। ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਮੇਰੇ ਬੇਟੇ ਨੂੰ ਚੰਗਾ ਕੀਤਾ, ਪਰਮੇਸ਼ਰ ਤੁਹਾਡੀ ਵੀ ਦੁਆਵਾਂ ਨੂੰ ਸੁਣੇਗਾ। ਤੁਹਾਡੇ ਬੱਚੇ ਵੀ ਜਿਹੜੇ ਬੋਲਦੇ ਨਹੀਂ ਜਾਂ ਬਿਮਾਰ ਆ, ਉਹਨਾਂ ਨੂੰ ਜ਼ਰੂਰ ਛੂਹ ਕੇ ਚੰਗਾ ਕਰੇਗਾ। ਹੁਣ ਅਸੀਂ ਆਪਣੇ ਬੱਚੇ ਨਾਲ ਬਹੁਤ ਖੁਸ਼ ਹਾਂ, ਤਾਂ ਸਾਡੀ ਫੈਮਿਲੀ ਬੱਚੇ ਨਾਲ ਬਹੁਤ ਖੁਸ਼ ਆ। ਹੁਣ ਇਸੇ ਵੱਡੀ ਟੈਸਟਮਨੀ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅਤੇ ਪਰਮੇਸ਼ਰ ਦੇ ਦਾਸ ਦਾ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਜੈ ਮਸੀਹ। तारीफ करें जोर से, सबने तालियों के साथ इस अद्भुत गवाही के लिए जोर से अपने हाथों